देखने की है 25-25 हज़ार लै नहीं तो 20 आंदे ने पै सुबह तो लैके आए जे ਗੱਡੀਆਂ ਦਾ ਕਿਰਾਇਆ ਵੀ ਦਿੰਨੇ ਆ ਪੈ ਕਰੇ ਦਾ ਥੋੜਾ ਪਤਾ ਕਿੰਨੇ ਦਾ 4500 ਦਾ ਹੁਣ ਇਹ ਕੰਜਰਾਂ ਨੇ ਫੇਰ 8 ਰੁਪਏ ਯੂਨਿਟ ਵਧਾ ਦਿੱਤਾ ਕੀ ਬੰਦਾ ਕਰੇ ਕਿੱਥੇ ਜਾਣਾ ਚਾਹ ਕਹਿ ਰਹੇ ਨਾ ਸਾਨੂੰ ਤੇ ਕੱਲ ਆਪੀ ਇੰਪੋਰਟਡ ਚਾਹ ਪੀ ਰਿਹਾ ਸੀ। अस्सलाम वालेकुम नाज़रीन, HR न्यूज़ के साथ मैं हूं असदुर रहमान और इस वक्त मैं डस्का की मवेशी मंडी में मौजूद हूं और यहां की अब तक की सूरत हाल क्या है, क्या यहां पर जो कुर्बानी के जानवर हैं उनकी कीमतें क्या हैं, क्या यहां पर अभी जानवर सेल हो रहे हैं या नहीं, क्या सिचुएशन है अब तक की, इस पर बात करने के लिए मेरे साथ एक बुजुर्ग शहरी मौजूद है, इनसे बात करते हैं। अस्सलाम वालेकुम। वालेकुम। क्या हाल है, ठीक हो? हाँ जी। की सूरत हाल है मंडी च, की देखते पे हो? देखने की है 25-25 हज़ार लै नहीं तो 20 आंदे ने पै की वजह दी लगदी की वजह लगती है वेख लो जानवर ਤੇ ਖਰਚਾ ਕਿੰਨਾ ਆਂਦਾ ਪਿਆ ਕਿਦੋਂ ਦੇ ਲਏ ਨੇ ਇਹਨਾਂ ਨੂੰ ਕਿੰਨੇ ਮਹੀਨੇ ਹੋ ਗਏ ਨੇ ਬਾਈ? ਤਕਰੀਬਨ 3 ਮਹੀਨੇ ਹੋ ਗਏ। 3 ਮਹੀਨੇ ਪਹਿਲਾਂ ਲਏ ਸਨ 25 ਦੇ ਤੁਸੀਂ ਕਹਿ ਰਹੇ ਹੋ ਤੇ ਹੁਣ ਕੀਮਤ ਵੀ ਲੱਗਦੀ 20 ਲੱਗਦੀ ਹੈ ਬਾਈ। ਅੱਛਾ, ਅੱਜ ਪਹਿਲੇ ਦਿਨ ਤੁਸੀਂ ਇੱਥੇ ਸੇਲ ਕਰਨ ਆਏ ਹੋ ਜਾਂ ਪਹਿਲਾਂ ਵੀ ਆਂਦੇ ਰਹੇ ਹੋ? ਕੱਲ ਵੀ ਆਏ ਹਾਂ तो कल भी किसी ने नहीं खरीदे? ਗੁੰਨਾ ਕਿਸੇ ਵੀ ਨਹੀਂ ਖਰੀਦੇ। ਇਹਦੀ ਵਜ੍ਹਾ ਕੀ ਲੱਗਦੀ ਹੈ, ਲੋਕ ਇਤਨੀ ਕਮ ਕੀਮਤ ਕਿਉਂ ਲਗਾ ਰਹੇ ਨੇ? ਹੁਣ ਉਹਨਾਂ ਦੀ ਮਰਜ਼ੀ ਹੈ ਨਾ, ਹੋਰ ਪੈਸਾ ਨਹੀਂ ਹੈ, ਮਹਿੰਗਾਈ ਹੈ, ਕੀ ਵਜ੍ਹਾ ਹੈ? ਅੱਛਾ, ਮਹਿੰਗਾਈ ਦੀ ਤੁਸੀਂ ਗੱਲ ਕੀਤੀ ਤੇ ਮਹਿੰਗਾਈ ਦੀ ਤੁਸੀਂ ਕੀ ਸਮਝਦੇ ਹੋ, ਕੀ ਵਜ੍ਹਾ ਹੈ, ਕਿਉਂ ਇਤਨੀ ਜ਼ਿਆਦਾ ਮਹਿੰਗਾਈ ਹੋ ਚੁੱਕੀ ਹੈ? ਹੁਣ ਸਾਨੂੰ ਤਾਂ ਨਹੀਂ ਨਾ ਪਤਾ ਪਾਉ, ਇਹ ਤੇ ਹਕੂਮਤਾਂ ਨੂੰ ਪਤਾ ਹੋਏ। ਤੇਲ ਇੰਨਾ ਮਹਿੰਗਾ, ਹਰ ਸ਼ੈ ਮਹਿੰਗੀ ਹੈ ਤੇ ਫਿਰ ਇਹ ਵੀ ਤੇ ਮਹਿੰਗਾ ਹੋਣਾ ਨਾ ਸਾਰਾ ਕੁਝ। ਬਿਲਕੁਲ, ਤੁਸੀਂ ਕਹਿ ਰਹੇ ਹੋ 3 ਮੰਥ ਹੋ ਗਏ ਨੇ ਦੁੰਬੇ ਲੈ ਤੇ ਹਜੇ ਤੱਕ ਵੀ ਲੋਕ ਖਰੀਦਦੇ ਨਹੀਂ ਪਏ। ਨਹੀਂ ਖਰੀਦਦੇ। ਅੱਜ ਆਖਰੀ ਦਿਨ ਹੈ। ਆਖਰੀ ਦਿਨ ਤੇ ਅਸੀਂ ਸਵੇਰ ਤੇ ਲੈ ਕੇ ਆਏ ਜੇ ਗੱਡੀਆਂ ਦਾ ਕਿਰਾਇਆ ਵੀ ਦਿੰਨੇ ਆ ਪੈ ਆਉਣ ਜਾਣ ਦਾ। ਹੁਣ ਅਸੀਂ 12-1 ਵਜੇ ਸਿੱਧਾ ਉਡੀਕ ਕੇ ਫੇਰ ਖੜਨੇ ਨੇ ਪਏ ਵਾਪਸ। ਠੀਕ ਹੈ, ਲੈ ਜਾਓਗੇ ਫਿਰ ਵਾਪਸ? ਹਾਂਜੀ ਜੀ ਭਾਈ, ਤੁਸੀਂ ਮੈਨੂੰ ਦੱਸੋ ਕਿ ਤੁਸੀਂ ਵੀ ਦੇਖਿਆ ਜਿਸ ਤਰ੍ਹਾਂ ਬਜ਼ੁਰਗ ਕਹਿ ਰਹੇ ਨੇ ਮੰਡੀ ਦੇ ਅੰਦਰ ਕੀਮਤਾਂ ਕਹਿ ਰਹੇ ਨੇ ਅਸੀਂ 25-25 ਹਜ਼ਾਰ ਦੇ ਲੈ, ਲੇਕਿਨ ਲੋਕ 20-20 ਹਜ਼ਾਰ ਲਗਾ ਰਹੇ ਨੇ, ਕੀ ਵਜ੍ਹਾ ਇਹਦੀ ਸਮਝਦੇ ਹੋ? ਸਰ ਅਸਲ 'ਚ ਨਾ ਅਸੀਂ ਵੀ ਘੁੰਮ ਫਿਰ ਰਹੇ ਹਾਂ, ਬਹੁਤ ਜ਼ਿਆਦਾ ਕਹਿ ਰਹੇ ਨੇ ਰੇਟ ਹੋ ਗਏ ਨੇ, ਕਿਰਾਇਆ ਬਹੁਤ ਜ਼ਿਆਦਾ ਹੋ ਗਿਆ, ਸ਼ਾਇਦ ਪੈਟਰੋਲ ਦੀ ਵਜ੍ਹਾ ਤੋਂ ਰੇਟ ਕਿਰਾਇਆ ਬਹੁਤ ਜ਼ਿਆਦਾ ਹੋ ਗਿਆ, ਖਲ ਵੰਡਾ ਹਰ ਚੀਜ਼ ਮਹਿੰਗੀ ਹੋ ਚੁੱਕੀ ਹੈ। ਅੱਲਾਹ ਤਾਲਾ ਇਹ ਸਾਡੀ ਜਾਨ ਛੁਡਾ ਦੇ ਇਹਨਾਂ ਇੰਪੋਰਟਡ ਗਵਰਨਮੈਂਟ ਕੋਲ, ਜਿਹਦੀ ਵਜ੍ਹਾ ਸਾਰੇ ਲੋਕ ਪਰੇਸ਼ਾਨ ਨੇ। ਹੁਣ ਇਹਦਾ 30-40 ਹਜ਼ਾਰ ਮੰਗ ਰਹੇ ਨੇ, ਲੇਕਿਨ ਦੇਖਣ 'ਚ 20 ਹਜ਼ਾਰ ਦਾ ਨਹੀਂ ਲੱਗਦਾ, ਇਹਨੇ ਕੋ ਆਵਾਮ ਪਰੇਸ਼ਾਨ ਹੋ ਚੁੱਕੀ ਹੈ। ਆਖਣ ਦੇ ਨਹੀਂ ਯਾਰ, ਇਹ ਵੀ ਨਜਾਇਜ਼ ਨਹੀਂ ਹੈ। 20-25 ਦਾ ਤੇ ਆਪ ਹੀ ਖਰੀਦਿਆ ਤੇ 20 ਦਾ ਕਿਵੇਂ ਦੇ ਕੇ ਤੁਸੀਂ ਮੰਗਦੇ ਹੋ ਨਾ, ਅਸੀਂ 20 ਕਹਿ ਰਹੇ ਹਾਂ, ਲੇਕਿਨ ਅਸੀਂ ਵੀ ਸਮਝਦੇ ਸਾਡੇ ਨਾਲ ਵੀ ਜ਼ਿਆਦਤੀ ਹੋ ਰਹੀ ਹੈ ਕਿ ਸਾਡੇ ਕੋਲ ਇੰਨਾ ਰੇਟ ਮੰਗਦੇ ਹੋ ਤੁਸੀਂ। ਪੈਸਾ ਨਹੀਂ ਹੈ ਆਵਾਮ ਕੋਲ ਅਸਲ ਜਿਹੜੀ ਵਜ੍ਹਾ। ਅੱਛਾ, ਤੁਸੀਂ ਪਿਛਲੇ ਸਾਲ ਦੀ ਜਿਹੜੀ ਮਾਸ਼ਾਅੱਲਾ ਇਤਨੀ ਏਜ ਹੈ, ਪਿਛਲੇ ਸਾਲ ਵੀ ਕੁਰਬਾਨੀ ਤੋਂ ਪਹਿਲਾਂ ਰੇਟਾਂ ਦੇ ਮੁਤਲਕ ਤੇ ਤੁਹਾਨੂੰ ਪਤਾ ਹੋਵੇਗਾ, ਸ਼ਾਇਦ ਤੁਸੀਂ ਕੋਈ ਪਹਿਲਾਂ ਵੀ ਕੋਈ ਸੇਲ ਯਾਰ ਵੰਡੇ ਹੀ ਬੜੇ ਮਹਿੰਗੇ ਨੇ ਤੇ ਵੰਡੇ ਕਿੱਥੇ ਤੁਰ ਗਏ ਨੇ। ਇਹ ਕਰੇ ਦਾ ਥੋੜਾ ਪਤਾ ਕਿੰਨੇ ਦਾ 4500 ਦਾ ਹੁਣ ਤੇ ਅੱਗੇ ਲੈ ਲਈਦਾ ਸੀ 3000 ਦਾ 2500 ਦਾ 2700 ਦਾ ਲਈਦਾ ਸੀ। ਪਹਿਲਾਂ ਕੋਈ 3000 ਤੱਕ ਹੁੰਦਾ ਸੀ, ਹੁਣ 4500 ਦਾ 4500 ਦਾ ਆਹੋ। ਅੱਛਾ, ਇਹ तमाम ਹੁਣ ਮੌਜੂਦਾ ਹੁਕੂਮਤ ਦੀ ਅਗਰ ਮੈਂ ਬਾਤ ਕਰਾਂ, ਇਹ ਮਹਿੰਗਾਈ ਨੂੰ ਕੰਟਰੋਲ ਕਰਨ ਵਾਸਤੇ ਆਈ ਸੀ ਤੇ ਤੁਸੀਂ ਕੀ ਸਮਝਦੇ ਹੋ ਕਿ ਇਹਨਾਂ ਨੇ ਆ ਕੇ ਹੋਰ ਜਿਹੜੀ ਇਹ ਲਾ ਕੱਢ? ਯਾਰ ਹੋਰੇ ਮੁਲਕ 'ਚ ਹੈ ਹੀ ਕੋਈ ਸ਼ੈ ਨਹੀਂ ਮੇਰੇ ਖਿਆਲ 'ਚ, ਕੰਟਰੋਲ ਕਾਲਾ ਕਰਨਾ ਨਾ ਕੋਈ ਕੰਮ ਨਹੀਂ ਕਰਨ ਆਈ, ਉਹ ਕੇਸ ਖਤਮ ਕਰਨ ਆਈ ਸੀ। ਅੱਛਾ, ਬੜਾ ਸਿਆਸੀ ਬਿਆਨ ਦੇ ਰਹੇ ਹੋ। 1 ਮਿੰਟ ਮੈਂ ਤੁਹਾਡੇ ਨਾਲ ਬਾਤ ਕਰਨਾ। ਅੱਛਾ, ਕੀ ਲੱਗਦਾ ਹੈ ਕਿ ਇਹ ਜਿਹੜੀ ਮੌਜੂਦਾ ਹੁਕੂਮਤ ਹੈ ਇਹਦੇ ਵਿੱਚ ਆਮ ਜਿਹੜਾ ਸ਼ਹਿਰੀ ਹੈ ਇੱਕ ਪਾਕਿਸਤਾਨ ਦਾ ਮੁਤਮਿਨ ਹੈ ਕਿ ਨਹੀਂ ਵਾਲਾ? ਨਹੀਂ, ਮੁਤਮਿਨ ਹੋਏ ਜਾਂ ਨਾ ਹੋਏ, ਹੋ ਰਿਹਾ ਗੱਲੇ 'ਚ ਹੀ ਕੋਈ ਸ਼ੈ ਨਹੀਂ ਹੈ ਤੇ ਉਹ ਕੀ ਕਰਨਗੇ? ਹੁਕੂਮਤ ਕੀ ਕਰੇ? ਪੈਸਾ ਹੋਏਗਾ ਕੋਲ ਤੇ ਫੇਰ ਇਹਨਾਂ ਕਰਦੇ ਹੀ ਹੋਰੇ ਕਿੰਨੇ ਕੁ ਚੜੇ ਨੇ ਇਹਨਾਂ ਤੇ। ਸਹੀ ਹੈ। ਆਹੋ। ਅੱਛਾ, ਫਿਰ ਮਤਲਬ ਤੁਸੀਂ ਹਜੇ ਤੱਕ 4 ਲੈ ਕੇ ਆਏ ਸੋ ਕੋਈ ਹੀ ਨਹੀਂ ਆ ਸਾਡੇ ਕੋਲ, ਮੌਜੂਦ ਹੀ ਨਹੀਂ ਹੈ ਜੇ, ਵੇਖ ਲਓ ਭਾਵੇਂ ਕੋਈ ਵੀ ਨਹੀਂ ਵੇਖਿਆ। ਜੀ ਭਾਈ, ਤੁਸੀਂ ਇੰਪੋਰਟਡ ਹੁਕੂਮਤ ਦੇ ਮੁਤਲਕ ਕੁਝ ਬਾਤ ਕਰਦੇ ਪਏ ਸੋ, ਇਹ ਜਿਹੜੀ ਹੁਕੂਮਤ ਹੈ ਇਹ ਤੇ ਮਹਿੰਗਾਈ ਨੂੰ ਖਤਮ ਕਰਨ ਵਾਸਤੇ ਆਈ ਸੀ, ਲੇਕਿਨ ਬਜ਼ੁਰਗ ਸ਼ਹਿਰੀ ਤੇ ਸਾਰੇ ਲੋਕ ਪਰੇਸ਼ਾਨ। ਸਰ ਤੁਸੀਂ ਦੱਸੋ ਨਾ, ਕੋਈ ਇੱਕ ਚੀਜ਼ ਕੰਮ ਕੀਤੀ ਹੈ ਨਾ? ਅੱਗੇ ਸਿਰਫ ਇੱਕ ਹੀ ਕੰਮ ਕੀਤੀ ਹੈ ਆਪਣੇ ਕੇਸ, ਹੋਰ ਇਹਦੇ ਤੋਂ ਇਲਾਵਾ ਕੋਈ ਚੀਜ਼ ਦੱਸੋ ਜਿਹੜੀ ਕੰਮ ਕੀਤੀ ਹੋਏ। ਉਹ ਜਦੋਂ ਆਏ ਸਨ ਨਾ, ਜਦੋਂ ਖਾਨ ਸਾਹਿਬ ਦੀ ਹੁਕੂਮਤ ਸੀ, ਉਦੋਂ ਕਹਿੰਦੇ ਹਨ ਮਹਿੰਗਾਈ ਮਾਰਚ ਵੀ ਕੀਤਾ ਸੀ, ਲੇਕਿਨ ਉਹ ਕਹਿੰਦੇ ਥੋੜਾ ਸਾਨੂੰ ਟਾਈਮ ਦਿਓ, 3.5 ਸਾਲਾਂ ਦੇ ਵਿੱਚ ਮੁਲਕ ਦਾ ਬੇੜਾ ਗਰਕ ਕਰ ਚੁੱਕੇ ਜੀ ਜੀ ਸਰ। ਇਸ ਵਾਰ ਬੇੜਾ ਗਰਕ ਕਿਹਨੇ ਕੀਤਾ? ਉਹ ਕਹਿ ਰਹੇ ਨੇ ਖਾਨ ਸਾਹਿਬ ਨੇ ਕੀਤਾ ਸੀ। ਸਰ ਬਿਲਕੁਲ ਝੂਠ ਬੋਲਦੇ ਨੇ, ਉਹ ਸਿਰਫ ਆਪਣੇ ਕੇਸ ਖਤਮ ਕਰਨਾ ਚਾਹੁੰਦੇ, ਕਰ ਛੱਡੇ ਨੇ ਉਹਨਾਂ। ਵੇਖੋ ਨਾ, ਤੇਲ 100 ਰੁਪਏ ਲੀਟਰ ਮਹਿੰਗਾ ਹੋ ਗਿਆ, ਹਰ ਚੀਜ਼, ਗੈਸ, ਬਿਜਲੀ ਦਾ ਬਿੱਲ, ਹਰ ਚੀਜ਼ ਮਹਿੰਗੀ ਹੁੰਦੀ ਜਾ ਰਹੀ ਹੈ। ਇਹ ਕੰਜਰਾਂ ਨੇ ਫੇਰ 8 ਰੁਪਏ ਯੂਨਿਟ ਵਧਾ ਦਿੱਤਾ, ਕੀ ਬੰਦਾ ਕਰੇ? ਕਿੱਥੇ ਜਾਣਾ ਹੈ?
ਫਿਰ ਉਹ ਇਹਨਾਂ ਦੇ ਖਰਚੇ ਵਿਚਾਰੇ ਇਹਨਾਂ ਇੱਥੋਂ ਹੀ ਪੂਰੇ ਕਰਨੇ ਨੇ ਨਾ, ਉਹ ਵੀ ਨਹੀਂ ਪੂਰੇ ਹੋ ਰਹੇ ਉਹਨਾਂ। ਉਹ ਕਹਿ ਰਹੇ ਨੇ ਕਿ ਲੋਕ ਯਾਸ਼ੀਆਂ ਕੰਮ ਕਰੇ ਤੁਹਾਡਾ ਐਸਨ ਇਕਬਾਲ ਇੱਥੇ ਨਾਲ ਹੀ ਨਾਰੋਵਾਲ ਹੈ ਉੱਥੋਂ ਦਾ, ਉਹ ਕਹਿੰਦਾ ਇੱਕ ਇੱਕ ਚਾਹ ਪੀਣੀ ਵੀ ਕੰਮ ਕਰ ਦਿਓ ਤੇ ਮੁਲਕ ਦੀ ਇਕਨੋਮੀ ਠੀਕ ਹੋ ਜਾਏ। ਜੀ ਸਰ, ਉਹ ਚਾਹ ਕਹਿ ਰਹੇ ਨਾ ਸਾਨੂੰ, ਤੇ ਕੱਲ ਆਪੀ ਇੰਪੋਰਟਡ ਚਾਹ ਪੀ ਰਿਹਾ ਸੀ, ਖੁਦ ਸਾਡੀ ਚਾਹ ਬੰਦ ਕਰਕੇ ਉਹ ਅਰਸਤੂ ਸਾਹਿਬ ਖੁਦ ਇਸਲਾਮਾਬਾਦ ਦੇ ਵਿੱਚ ਮੈਕਡੋਨਲਡ ਦੇ ਵਿੱਚ ਖੁਦ ਇੰਪੋਰਟਡ ਚਾਹ ਪੀ ਰਹੇ ਸਨ। ਸ਼ਰਮ ਆਣੀ ਚਾਹੀਦੀ ਉਹਨੂੰ ਇੰਨੀ ਗੱਲ ਕਰਦੇ ਆ ਅੱਗੇ। ਹਾਂਜੀ, ਕੈਪੂਚੀਨੋ। ਉਹ ਫਿਰ ਉਹ ਕੱਲ ਇਸਲਾਮਾਬਾਦ ਦੀ ਜਿਹੜੀ ਯੂਰ ਪੜ੍ਹੀ ਲਿਖੀ ਆਵਾਮ ਨੇ ਫਿਰ ਉਹਨੂੰ ਦੱਸਿਆ ਕਿ ਤੈਨੂੰ ਸ਼ਰਮ ਨਹੀਂ ਆਉਂਦੀ। बहरहाल वो सर बेशरम जो लोग ने उन्होंने शर्म ही कोई नहीं। जी तो नाजरीन आप समात कर रहे हैं, इस वक्त हम डस्का की मवेशी मंडी में मौजूद हैं। यहाँ पर लोग मौजूद हैं, अपने अपने ख्यालात का इज़हार कर रहे हैं। जो महंगाई है इससे ये तंग है।